Hello everyone, my name is Amandeep and welcome to PTE Skills Punjabi. ਅੱਜ ਦੇ ਵੀਡੀਓ ਦੇ ਵਿੱਚ ਅਸੀਂ PTE ਕੋਰ ਟੈਸਟ ਦੇ ਬਾਰੇ ਗੱਲ ਕਰਾਂਗੇ that is a new test and recently recognized ਕੀਤਾ ਹੈ by Canadian government migration and work visa applications ਦੇ ਲਈ। ਸੋ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਐਗਜ਼ਾਮ ਦੇ ਪੈਟਰਨ ਐਂਡ ਫਾਰਮੈਟ ਦੇ ਬਾਰੇ ਐਂਡ ਡਿਟੇਲ ਦੇ ਵਿੱਚ ਹਰ ਇੱਕ ਕੁਐਸਚਨ ਟਾਈਪ ਦੇ ਉੱਪਰ ਡਿਸਕਸ਼ਨ ਕਰਾਂਗੇ। ਸੋ ਫਸਟ ਆਫ ਆਲ ਅਸੀਂ ਡਿਸਕਸ ਕਰਾਂਗੇ what is PTE core all about, ਟੈਸਟ ਦਾ ਫਾਰਮੈਟ ਕੀ ਰਹੇਗਾ, ਡਿਟੇਲ ਦੇ ਵਿੱਚ ਈਚ ਐਂਡ ਐਵਰੀ ਕੁਐਸਚਨ ਟਾਈਪ ਦੇ ਉੱਪਰ ਡਿਸਕਸ਼ਨ ਕਰਾਂਗੇ ਅਲੋਂਗ ਵਿਦ ਇਟਸ ਮਾਰਕਿੰਗ ਕ੍ਰਾਈਟੇਰੀਆ। ਨਾਲ ਡਿਫਰੈਂਸਿਸ ਦੇ ਉੱਪਰ ਵੀ ਗੱਲ ਕਰਾਂਗੇ PTE ਐਕੈਡੈਮਿਕ ਐਂਡ PTE ਕੋਰ ਦੇ ਵਿੱਚ ਬੇਸਿਕ ਕੀ ਡਿਫਰੈਂਸਿਸ ਨੇ ਐਂਡ ਲਾਸਟ ਦੇ ਉੱਪਰ PTE ਕੋਲ ਟੂ CLB ਕਨਵਰਜਨ ਚਾਰਟ ਦੇ ਉੱਪਰ ਡਿਸਕਸ਼ਨ ਕਰਾਂਗੇ। ਸੋ ਫਸਟ ਆਫ ਆਲ what is PTE ਕੋਰ? PTE ਕੋਰ ਇੱਕ ਫੁੱਲੀ ਕੰਪਿਊਟਰ ਬੇਸਡ ਇੰਗਲਿਸ਼ ਟੈਸਟ ਹੈ ਜੋ ਅਸੈਸ ਕਰਦਾ ਤੁਹਾਡੇ ਜਨਰਲ ਸਪੀਕਿੰਗ, ਰਾਈਟਿੰਗ, ਰੀਡਿੰਗ ਐਂਡ ਲਿਸਨਿੰਗ ਸਕਿੱਲਸ ਨੂੰ ਇੱਕ ਸਿੰਗਲ ਟੈਸਟ ਸਿਟਿੰਗ ਦੇ ਵਿੱਚ। ਮੀਨਸ ਇਹ ਜਿਹੜਾ ਸਾਰਾ ਟੈਸਟ ਹੈ ਆਲ ਦਾ 4 ਮੋਡਿਊਲਸ ਜਿਹੜੇ ਤੁਹਾਡੇ ਨੇ ਇਹ 2 ਆਵਰਸ ਦੇ ਵਿੱਚ ਹੀ ਸਾਰਾ ਟੈਸਟ ਕੰਪਲੀਟ ਹੋ ਜਾਂਦਾ ਹੈ ਐਂਡ ਇਹਦੇ ਰਿਜ਼ਲਟਸ ਜੋ ਨੇ ਬਹੁਤ ਫਾਸਟ ਨੇ, ਟਿਪੀਕਲੀ 2 to 5 ਵਰਕਿੰਗ ਡੇਜ਼ ਦੇ ਵਿੱਚ ਇਸਦੇ ਰਿਜ਼ਲਟਸ ਜੋ ਹੈ ਉਹ ਆਊਟ ਹੋ ਜਾਂਦੇ ਨੇ। ਸੋ ਓਵਰਵਿਊ ਦੀ ਗੱਲ ਕਰੀਏ ਤੇ ਇਟ ਇਜ਼ ਐਕਸੈਪਟਡ ਬਾਈ IRCC ਫॉर वर्क एंड माइग्रेशन। मीनस ਜਿਹੜੇ ਵੀ ਲਾਈਕ ਸਟੂਡੈਂਟਸ ਅਪਲਾਈ ਕਰਨਾ ਚਾਹੁੰਦੇ ਨੇ, ਆਪਣੀ PR ਫਾਈਲ ਕਰਨਾ ਚਾਹੁੰਦੇ ਨੇ, ਦੇ ਕੈਨ ਆਪਟ ਫॉर ਦਿਸ ਟੈਸਟ ਐਂਡ ਜਿਹੜੇ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਆ ਲਾਈਕ ਸਾਰੇ ਲੋਕ ਦੇ ਕੈਨ ਆਲਸੋ ਟੇਕ PTE ਕੋਰ ਟੈਸਟ ਨਾਓ। ਸੋ ਇਹ ਫੁੱਲੀ AI ਬੇਸਡ ਸਕੋਰਿੰਗ ਹੈ ਇਸ ਟੈਸਟ ਦੀ। ਇਹ ਅਸੈਸ ਕਰਦਾ ਤੁਹਾਡੀ ਐਵਰੀਡੇ ਇੰਗਲਿਸ਼ ਨੂੰ। 2 ਆਵਰਸ ਦਾ ਟੈਸਟ ਹੁੰਦਾ ਹੈ, ਫੁੱਲੀ ਕੰਪਿਊਟਰ ਬੇਸਡ ਹੈ। ਸੋ ਟੈਸਟ ਫਾਰਮੈਟ ਦੀ ਅਗਰ ਅਸੀਂ ਗੱਲ ਕਰੀਏ ਤੇ ਇਹ ਟੈਸਟ 3 ਪਾਰਟਸ ਦੇ ਵਿੱਚ ਡਿਵਾਈਡਡ ਹੈ। ਫਸਟ ਪਾਰਟ ਦੇ ਵਿੱਚ ਟੈਸਟ ਹੋਏਗਾ ਤੁਹਾਡੇ ਸਪੀਕਿੰਗ ਐਂਡ ਰਾਈਟਿੰਗ ਦਾ, ਸੈਕਿੰਡ ਦੇ ਵਿੱਚ ਰੀਡਿੰਗ ਐਂਡ ਲਾਸਟ ਥਰਡ ਦੇ ਵਿੱਚ ਲਿਸਨਿੰਗ ਦਾ ਟੈਸਟ ਹੁੰਦਾ। ਸੋ ਫਸਟ ਪਾਰਟ ਜਿਹੜਾ ਸਪੀਕਿੰਗ ਐਂਡ ਰਾਈਟਿੰਗ ਦੇ ਜਿਸ ਦੇ ਵਿੱਚ ਕੁਐਸਚਨਸ ਆਣਗੇ that is ਅਰਾਊਂਡ 50 ਮਿੰਟਸ ਉਸ ਦੀ ਲੈਂਥ ਹੁੰਦੀ ਹੈ। ਸੈਕਿੰਡ ਪਾਰਟ ਰੀਡਿੰਗ 30 ਮਿੰਟਸ ਐਂਡ ਲਾਸਟ ਪਾਰਟ ਲਿਸਨਿੰਗ ਇਜ਼ ਆਲਸੋ ਅਰਾਊਂਡ 30 ਮਿੰਟਸ ਹੁੰਦੇ। ਸੋ ਯੂ ਕੈਨ ਰੈਫਰ ਟੂ ਦਿਸ ਚਾਰਟ। ਇਸ ਚਾਰਟ ਦੇ ਵਿੱਚ ਸਾਰੇ ਕੁਐਸਚਨ ਟਾਈਪਸ ਅਸੀਂ ਦੱਸੇ ਹੈ ਜੋ PT ਕੋਰ ਦੇ ਵਿੱਚ ਤੁਸੀਂ ਦੇਖੋਗੇ। ਸੋ ਟੋਟਲ 19 ਕੁਐਸਚਨ ਟਾਈਪਸ ਨੇ। ਫਸਟ 5 ਕੈਟੇਗਰੀਜ਼ ਆਫ ਕੁਐਸਚਨ ਜੋ ਨੇ ਉਹ ਸਪੀਕਿੰਗ ਦੇ ਨਾਲ ਰਿਲੇਟਡ ਨੇ, ਨੈਕਸਟ 2 ਰਾਈਟਿੰਗ ਮੋਡਿਊਲ, ਨੈਕਸਟ 5 ਆਫ ਰੀਡਿੰਗ ਐਂਡ ਲਾਸਟ ਵਾਲੇ 7 ਕੁਐਸਚਨ ਜੋ ਹੈ ਉਹ ਲਿਸਨਿੰਗ ਮੋਡਿਊਲ ਦੇ ਨੇ। ਸੋ ਇਸ ਚਾਰਟ ਦੇ ਵਿੱਚ ਦੱਸਿਆ ਗਿਆ ਕਿਹੜੇ ਕੁਐਸਚਨ ਟਾਈਪ ਦੇ ਵਿੱਚ ਕਿਹੜੇ ਤੁਹਾਡੇ ਕਮਿਊਨੀਕੇਟਿਵ ਸਕਿੱਲਸ ਚੈੱਕ ਹੁੰਦੇ ਨੇ, ਟੋਟਲ ਨੰਬਰ ਆਫ ਕੁਐਸਚਨਸ ਤੁਹਾਨੂੰ ਕਿੰਨੇ ਆਣਗੇ ਐਗਜ਼ਾਮ ਦੇ ਵਿੱਚ ਐਂਡ ਇੱਕ ਟੈਂਟੇਟਿਵ ਮੈਜ਼ਰਮੈਂਟ ਦੇ ਅਕੋਰਡਿੰਗ ਦੱਸਿਆ ਗਿਆ ਕਿਹੜੇ ਕੁਐਸਚਨ ਦੀ ਕਿੰਨੀ ਕੰਟਰੀਬਿਊਸ਼ਨ ਹੈ ਤੁਹਾਡੇ ਮਾਰਕਸ ਦੇ ਵਿੱਚ, ਰਾਈਟ। ਐਂਡ ਪ੍ਰਾਇੋਰਟਾਈਜੇਸ਼ਨ ਦੇ ਅਕੋਰਡਿੰਗ ਵੀ ਦੱਸਿਆ ਗਿਆ ਕਿਹੜੇ ਕੁਐਸਚਨ ਜੋ ਹੈ ਮੋਸਟ ਇੰਪੋਰਟੈਂਟ ਨੇ ਫॉर ਦਿਸ ਟੈਸਟ। ਨਾਓ ਫਸਟ ਪਾਰਟ ਸਪੀਕਿੰਗ ਐਂਡ ਰਾਈਟਿੰਗ। ਸੋ ਡਿਟੇਲ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਤੇ ਇਸ ਕੁਐਸਚਨ ਦੇ ਵਿੱਚ ਬੇਸਿਕਲੀ 7 ਕੁਐਸਚਨ ਟਾਈਪਸ ਨੇ। ਇਹ ਸਾਰੇ ਕੁਐਸਚਨ ਸਟਾਰਟ ਹੋਣ ਤੋਂ ਪਹਿਲੇ ਇੱਕ ਪਰਸਨਲ ਇੰਟਰੋਡਕਸ਼ਨ ਆਏਗੀ। ਮੀਨਸ 25 ਸੈਕਿੰਡ ਦਾ ਟਾਈਮ ਮਿਲੇਗਾ ਤੁਹਾਨੂੰ। ਇੱਕ ਪ੍ਰੌਮਪਟ ਮੀਨਸ ਇੱਕ ਕੁਐਸਚਨ ਸਟੇਟਮੈਂਟ ਇੱਕ ਰਿਟਨ ਹੋਏਗੀ, ਉਸਨੂੰ ਤੁਸੀਂ ਰੀਡ ਕਰਨਾ ਐਂਡ ਆਪਣਾ ਰਿਸਪੌਂਸ ਪ੍ਰਿਪੇਅਰ ਕਰਕੇ ਦੈਨ ਨੈਕਸਟ 30 ਸੈਕਿੰਡਸ ਦੇ ਵਿੱਚ ਤੁਸੀਂ ਆਪਣਾ ਰਿਸਪੌਂਸ ਰਿਕਾਰਡ ਕਰਨਾ। ਸੋ ਇਸ ਦਾ ਕੋਈ ਵੀ ਸਕੋਰ ਨਹੀਂ ਹੁੰਦਾ, ਇਹ ਜਸਟ ਹੁੰਦਾ ਸੋ ਦੈਟ ਕਿ ਤੁਸੀਂ ਫੈਮਿਲੀਅਰ ਹੋ ਸਕੋ PTE ਟੈਸਟ ਟੈਕਨੋਲੋਜੀ ਦੇ ਬਾਰੇ। ਸੋ ਫਸਟ ਕੁਐਸਚਨ ਜੋ ਆਏਗਾ that is ਰੀਡ ਅਲਾਉਡ। ਸੋ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ ਅਸੀਂ ਰੀਡਿੰਗ ਕਰਨੀ ਆ ਅਲਾਉਡ, ਰਾਈਟ। ਇੱਕ ਟੈਕਸਟ ਗਿਵਨ ਹੋਏਗਾ ਸਕਰੀਨ ਦੇ ਉੱਪਰ, ਕੰਟੈਂਟ ਗਿਵਨ ਹੋਏਗਾ। ਮੀਨਸ ਜੋ ਵੀ ਪ੍ਰੌਮਪਟ ਗਿਵਨ ਹੋਏਗਾ ਉਸ ਦੀ ਲੈਂਥ ਅਰਾਊਂਡ 60 ਵਰਡਸ ਹੋ ਸਕਦੀ ਹੈ। ਇਸ ਕੁਐਸਚਨ ਦੇ ਵਿੱਚ ਤੁਹਾਡੇ ਦੋ ਸਕਿੱਲਸ ਚੈੱਕ ਹੋਣਗੇ that is ਰੀਡਿੰਗ ਐਂਡ ਸਪੀਕਿੰਗ। ਸੋ ਇਹ ਕੁਐਸਚਨ ਜਦੋਂ ਅਪੀਅਰ ਹੁੰਦਾ ਸਕਰੀਨ ਦੇ ਉੱਪਰ ਤੁਹਾਨੂੰ ਪ੍ਰੈਪਰੇਸ਼ਨ ਟਾਈਮ ਦਿੱਤਾ ਜਾਏਗਾ ਲਾਈਕ 34-35 ਸੈਕਿੰਡ ਦੇ ਅਰਾਊਂਡ ਜੋ ਹੈ ਪ੍ਰੈਪਰੇਸ਼ਨ ਟਾਈਮ ਰਹਿੰਦਾ। ਯੂ ਕੈਨ ਪ੍ਰਿਪੇਅਰ ਦੈਟ ਕੰਟੈਂਟ। ਆਫਟਰ ਦੈਟ ਜਦੋਂ ਟਾਈਮ ਓਵਰ ਹੋ ਜਾਂਦਾ ਯੂ ਵਿਲ ਦੈਨ ਹੀਅਰ ਅ ਸ਼ਾਰਟ ਟੋਨ। ਟੋਨ ਦਾ ਮੀਨਿੰਗ ਹੈ ਨਾਓ ਯੂ ਹੈਵ ਟੂ ਸਟਾਰਟ ਸਪੀਕਿੰਗ ਐਂਡ ਜੋ ਵੀ ਕੰਟੈਂਟ ਹੋਏਗਾ ਉਹਨੂੰ ਤੁਸੀਂ ਐਜ਼ ਇਟ ਇਜ਼ ਦੇਖ ਕੇ ਰੀਡ ਕਰਨਾ ਇਨ 40 ਸੈਕਿੰਡਸ। ਸੋ ਨੰਬਰ ਆਫ ਕੁਐਸਚਨਸ ਜਿਹੜੇ ਤੁਹਾਨੂੰ ਐਗਜ਼ਾਮ ਵਿੱਚ ਆਣਗੇ ਰੀਡ ਅਲਾਉਡ ਦੇ ਆਰ 6 ਔਰ 7। ਦੋ ਸਕਿੱਲਸ ਚੈੱਕ ਹੁੰਦੇ ਇਸ ਦੇ ਵਿੱਚ ਰੀਡਿੰਗ ਐਂਡ ਸਪੀਕਿੰਗ। ਸੋ ਇਸ ਦੇ ਵਿੱਚ ਕਿਹੜੇ ਪੈਰਾਮੀਟਰਸ ਆਪਣੇ ਚੈੱਕ ਹੁੰਦੇ ਆ, ਕਿੰਨਾ ਫੈਕਟਰਸ ਦੇ ਉੱਪਰ ਆਪਣੇ ਮਾਰਕਸ ਆਣਗੇ। ਦੋਜ਼ ਆਰ ਕੰਟੈਂਟ, ਪ੍ਰੋਨਾਂਸੀਏਸ਼ਨ ਐਂਡ ਫਲੂਐਂਸੀ। ਸੋ ਕੰਟੈਂਟ ਦੇ ਮਾਰਕਸ ਵੇਰੀ ਕਰਦੇ ਨੇ, ਇਟ ਡਿਪੈਂਡਸ ਔਨ ਦ ਲੈਂਥ ਆਫ ਦ ਟਾਸਕ।
ਓਕੇ ਨੈਕਸਟ ਪੈਰਾਮੀਟਰ ਹੈ ਪ੍ਰੋਨੰਸੀਏਸ਼ਨ ਵਰਡਸ ਨੂੰ ਇੱਕਦਮ ਕਰੈਕਟਲੀ ਤੁਸੀਂ ਲਾਈਕ ਬੋਲਣਾ ਹੈ ਫਲੂਐਂਸੀ ਮੀਨਸ ਯੂ ਹੈਵ ਟੂ ਸਪੀਕ ਇਨ ਅ ਫਲੋ ਸਮੂਥਨੈਸ ਹੋਣੀ ਚਾਹੀਦੀ ਹੈ ਤੁਹਾਡੇ ਲਾਈਕ ਅਨਨੈਸੈਸਰੀ ਪੌਜ਼ਸ ਨਹੀਂ ਹੋਣੇ ਚਾਹੀਦੇ ਰੈਪੀਟੀਸ਼ਨ ਨਹੀਂ ਕਰਨੀ ਕਿਸੇ ਵੀ ਵਰਡ ਦੀ ਸੈਲਫ ਕਰੈਕਸ਼ਨ ਨਹੀਂ ਕਰਨੀ ਰਾਈਟ ਸੋ ਰੀਅਲ ਐਗਜ਼ਾਮ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਹੋਏਗਾ ਇਸ ਕੁਐਸਚਨ ਦਾ ਕੰਟੈਂਟ ਗਿਵਨ ਹੈ ਰਾਈਟ ਨੈਕਸਟ ਇਸ ਨੂੰ ਤੁਸੀਂ ਕੀ ਕਰਨਾ ਹੈ ਪ੍ਰੈਪਰੇਸ਼ਨ ਟਾਈਮ ਦੇ ਵਿੱਚ ਇੱਕ ਵਾਰੀ ਪ੍ਰਪੇਅਰ ਕਰਕੇ ਦੈਨ ਆਫਟਰ ਅ ਸ਼ਾਰਟ ਟੋਨ ਯੂ ਹੈਵ ਟੂ ਸਪੀਕ ਇਟ ਐਜ਼ ਇਟ ਇਜ਼ ਐਂਡ ਦੈਨ ਯੂ ਹੈਵ ਟੂ ਪ੍ਰੈਸ ਦ ਨੈਕਸਟ ਬਟਨ ਐਂਡ ਨੈਕਸਟ ਰੀਡ ਅਲਾਊਡ ਦਾ ਕੁਐਸਚਨ ਆ ਜਾਏਗਾ ਸੋ ਟੋਟਲ ਕੁਐਸਚਨਸ ਆਣਗੇ 6 ਔਰ 7 ਸੈਕੰਡ ਟਾਈਪ ਆਫ ਕੁਐਸਚਨ ਜੋ ਸਪੀਕਿੰਗ ਦੇ ਵਿੱਚ ਆਂਦਾ ਦੈਟ ਇਜ਼ ਕਾਲਡ ਰਿਪੀਟ ਸੈਂਟੈਂਸਸ ਸੋ ਰਿਪੀਟ ਸੈਂਟੈਂਸਸ ਦੇ ਵਿੱਚ ਇੱਕ ਸੈਂਟੈਂਸ ਨੂੰ ਤੁਸੀਂ ਹੀਅਰ ਕਰੋਗੇ ਇੱਕ ਰਿਕਾਰਡਿੰਗ ਸੁਣੋਗੇ ਦੈਨ ਉਸ ਸੈਂਟੈਂਸ ਨੂੰ ਤੁਸੀਂ ਰਿਪੀਟ ਬੈਕ ਕਰਨਾ ਸੋ ਇਸ ਦੇ ਵਿੱਚ ਸਕਿੱਲਸ ਜੋ ਅਸੈਸ ਹੁੰਦੇ ਨੇ ਦੋਜ਼ ਆਰ ਲਿਸਨਿੰਗ ਐਂਡ ਸਪੀਕਿੰਗ ਟੋਟਲ ਟਾਈਮ ਤੁਹਾਨੂੰ ਰਿਕਾਰਡਿੰਗ ਦਾ ਮਿਲੇਗਾ 40 ਸੈਕਿੰਡਸ ਓਕੇ ਸੋ ਇਸ ਦੇ ਵਿੱਚ ਕੋਈ ਵੀ ਸ਼ਾਰਟ ਟੋਨ ਜਾਂ ਕੋਈ ਇੰਡੀਕੇਸ਼ਨ ਨਹੀਂ ਹੋਏਗੀ ਰਾਈਟ ਜਦ ਵੀ ਰਿਕਾਰਡਿੰਗ ਬਾਰ ਸਟਾਰਟ ਹੋਏਗੀ ਵਿਦਿਨ 3 ਸੈਕਿੰਡਸ ਤੁਸੀਂ ਬੋਲਣਾ ਸਟਾਰਟ ਕਰਨਾ ਸੋ ਟੋਟਲ ਨੰਬਰ ਆਫ ਕੁਐਸਚਨਸ ਆਣਗੇ 10 ਔਰ 12 ਇਸ ਕੈਟਾਗਰੀ ਦੇ ਲਿਸਨਿੰਗ ਐਂਡ ਸਪੀਕਿੰਗ ਸਕਿੱਲਸ ਇਸ ਦੇ ਵਿੱਚ ਚੈੱਕ ਹੁੰਦੇ ਨੇ ਰਾਈਟ ਇੱਕ ਕੁਐਸਚਨ 13 ਮਾਰਕਸ ਦਾ ਹੋਏਗਾ ਸੋ ਜਿਸ ਦੇ ਵਿੱਚ ਪੈਰਾਮੀਟਰਸ ਆਪਣੇ ਚੈੱਕ ਹੋਣਗੇ ਕੰਟੈਂਟ ਪ੍ਰੋਨੰਸੀਏਸ਼ਨ ਐਂਡ ਫਲੂਐਂਸੀ ਸੋ ਕੰਟੈਂਟ ਇਸ ਕੇਸ ਦੇ ਵਿੱਚ ਮੈਕਸਿਮਮ ਮਾਰਕਸ ਕੰਟੈਂਟ ਦੇ ਹੋਣਗੇ 3 ਉਸ ਟਾਈਮ ਤੁਸੀਂ ਲਾਈਕ ਸਕੋਰ ਕਰ ਸਕਦੇ ਜੇ ਜਿਸ ਕੇਸ ਦੇ ਵਿੱਚ ਤੁਸੀਂ ਫੁੱਲ ਸੈਂਟੈਂਸ ਨੂੰ ਰਿਪੀਟ ਬੈਕ ਕੀਤਾ ਆਲ ਦਾ ਵਰਡਸ ਸਾਰੇ ਦਾ ਸਾਰਾ ਕੰਟੈਂਟ ਤੁਸੀਂ ਕਰੈਕਟ ਸੀਕੁਐਂਸ ਦੇ ਵਿੱਚ ਬੋਲਿਆ ਸੋ ਸੀਕੁਐਂਸ ਮੈਟਰਸ ਓਕੇ ਸੋ ਨੈਕਸਟ ਪੈਰਾਮੀਟਰ ਪ੍ਰੋਨੰਸੀਏਸ਼ਨ ਚੈੱਕ ਹੁੰਦੀ ਵਰਡਸ ਬਿਲਕੁਲ ਕਰੈਕਟ ਹੋਣੇ ਚਾਹੀਦੇ ਆ ਐਂਡ ਥਰਡ ਵਨ ਇਜ਼ योर fluency so this is the interface of this like equation so you will hear this sentence only once in your exam you cannot like replay it so third question is describe image in this case an image will be displayed on the screen ਇਸ ਦੇ ਵਿੱਚ ਸਕਿੱਲ ਜਿਹੜੇ ਚੈੱਕ ਹੋਏਗਾ ਦੈਟ ਇਜ਼ ਓਨਲੀ ਆਫ ਦ ਸਪੀਕਿੰਗ 40 ਸੈਕਿੰਡ ਦਾ ਤੁਹਾਨੂੰ ਟਾਈਮ ਦਿੱਤਾ ਜਾਏਗਾ ਆਪਣਾ ਆਨਸਰ ਬੋਲਣ ਲਈ ਸੋ ਉਸ ਤੋਂ ਪਹਿਲਾਂ 25 ਸੈਕਿੰਡ ਦਾ ਟਾਈਮ ਤੁਹਾਨੂੰ ਦਿੱਤਾ ਜਾਏਗਾ ਆਪਣਾ ਆਨਸਰ ਪ੍ਰਿਪੇਅਰ ਕਰਨ ਵਾਸਤੇ ਸੋ 25 seconds are your preparation time and 40 seconds is your recording time ਟੋਟਲ ਨੰਬਰ ਆਫ ਕੁਐਸਚਨਸ ਜਿਹੜੇ ਆਣਗੇ ਐਗਜ਼ਾਮ ਦੇ ਵਿੱਚ ਉਹ ਰਹਿਣਗੇ 3 ਔਰ 4 ਕੱਲੀ ਸਪੀਕਿੰਗ ਦੇ ਵਿੱਚ ਇਸ ਦੇ ਮਾਰਕਸ ਜਾਣਗੇ ਓਕੇ ਸੋ ਪੈਰਾਮੀਟਰਸ ਆਪਣੇ ਚੈੱਕ ਹੋਣਗੇ ਕੰਟੈਂਟ ਪ੍ਰੋਨੰਸੀਏਸ਼ਨ ਐਂਡ ਫਲੂਐਂਸੀ ਈਚ ਕੁਐਸਚਨ ਇਜ਼ ਆਫ 15 ਮਾਰਕਸ ਸੋ ਸਮਵਟ ਲਾਈਕ ਦਿਸ ਇਮੇਜ ਆਏਗੀ ਤੁਹਾਨੂੰ ਜਿਸ ਦੇ ਉੱਪਰ ਤੁਸੀਂ 40 ਸੈਕਿੰਡ ਦੇ ਵਿੱਚ ਆਪਣਾ ਆਨਸਰ ਜੋ ਹੈ ਉਹ ਇਸ ਦੇ ਵਿੱਚ ਰਿਕਾਰਡ ਕਰਨਾ Fourth question is respond to a situation. ਸੋ PTE ਅਕੈਡਮਿਕ ਦੀ ਅਗਰ ਅਸੀਂ ਗੱਲ ਕਰੀਏ ਤਾਂ ਉਸ ਕੇਸ ਦੇ ਵਿੱਚ 4th ਪੋਜੀਸ਼ਨ ਦੇ ਉੱਪਰ ਕੁਐਸਚਨ ਆਂਦਾ ਰੀਟੇਲ ਲੈਕਚਰ ਰਾਈਟ ਬਟ PTE ਕੋਰ ਦੇ ਵਿੱਚ ਇਹ ਡਿਫਰੈਂਸ ਹੈ ਕਿ ਇਹ ਵਾਲਾ ਕੁਐਸਚਨ ਆਏਗਾ ਰਿਸਪੌਂਡ ਟੂ ਅ ਸਿਚੁਏਸ਼ਨ ਸੋ ਇਸ ਕੁਐਸਚਨ ਦੇ ਵਿੱਚ ਬੇਸਿਕਲੀ ਅਸੀਂ ਕੀ ਕਰਨਾ ਹੈ ਤੁਸੀਂ ਇੱਕ ਰਿਕਾਰਡਿੰਗ ਸੁਣਨੀ ਹੈ ਐਂਡ ਨਾਲ ਇੱਕ ਪ੍ਰੌਂਪਟ ਗਿਵਨ ਹੋਏਗਾ ਸਕਰੀਨ ਦੇ ਉੱਪਰ ਜਿਹਨੂੰ ਤੁਸੀਂ ਰੀਡ ਕਰਨਾ ਸੋ ਪ੍ਰੌਂਪਟ ਜੋ ਵੀ ਕੁਐਸਚਨ ਜੋ ਵੀ ਸਿਚੁਏਸ਼ਨ ਹੋਏਗੀ ਉਹ ਐਵਰੀਡੇ ਲਾਈਫ ਦੇ ਨਾਲ ਤੁਹਾਡੇ ਰਿਲੇਟਡ ਹੋਏਗੀ ਸੁਣ ਕੇ ਨਾਲ ਤੁਸੀਂ ਪੜ੍ਹ ਕੇ ਫਿਰ 20 ਸੈਕਿੰਡ ਦਾ ਤੁਹਾਨੂੰ ਟਾਈਮ ਦਿੱਤਾ ਜਾਏਗਾ ਆਪਣੇ ਰਿਸਪੌਂਸ ਦੇ ਉੱਪਰ ਲਾਈਕ ਯੂ ਕੈਨ ਥਿੰਕ ਅਬਾਊਟ ਇਟ ਐਂਡ ਨੈਕਸਟ 40 ਸੈਕਿੰਡ ਦੇ ਵਿੱਚ ਤੁਸੀਂ ਰਿਕਾਰਡ ਕਰਨਾ ਹੈ ਆਪਣਾ ਰਿਸਪੌਂਸ ਸੋ ਯੂ ਵਿਲ ਹੀਅਰ ਅ ਸ਼ਾਰਟ ਟੋਨ ਸੋ ਤੁਹਾਡੀ ਰਿਕਾਰਡਿੰਗ ਸਟਾਰਟ ਹੋਣ ਤੋਂ ਪਹਿਲਾਂ ਇੱਕ ਇੰਡੀਕੇਸ਼ਨ ਮਿਲੇਗੀ ਤੁਹਾਨੂੰ ਸ਼ਾਰਟ ਟੋਨ ਤੁਸੀਂ ਸੁਣੋਗੇ ਦੈਨ ਯੂ ਹੈਵ ਟੂ ਰਿਸਪੌਂਡ ਟੂ ਅ ਸਿਚੁਏਸ਼ਨ ਸੋ ਫॉर ਐਗਜ਼ਾਮਪਲ ਇਸ ਤਰ੍ਹਾਂ ਦੀ ਸਿਚੁਏਸ਼ਨ ਇੱਕ ਰਿਟਨ ਆ ਰਾਈਟ ਸਕਰੀਨ ਦੇ ਉੱਪਰ ਇੱਕ ਆਡੀਓ ਪਲੇ ਹੋਏਗੀ ਅਬਾਊਟ ਦਿਸ ਸਿਚੁਏਸ਼ਨ ਦੈਨ 20 ਸੈਕਿੰਡ ਦਾ ਪ੍ਰੈਪਰੇਸ਼ਨ ਟਾਈਮ ਤੁਹਾਨੂੰ ਦਿੱਤਾ ਜਾਏਗਾ ਦੈਨ ਆਫਟਰ ਦੈਟ ਤੁਸੀਂ ਆਪਣਾ ਰਿਸਪੌਂਸ ਜੋ ਹੈ ਆਫਟਰ ਸ਼ਾਰਟ ਟੋਨ ਰਿਕਾਰਡ ਕਰਨਾ So 2 to 4 total number of tasks of this category will come in your exam. So only speaking ਦੇ ਵਿੱਚ ਇਸ ਦੇ marks contribute ਹੁੰਦੇ ਨੇ parameters ਜੋ check ਹੁੰਦੇ ਨੇ that are pronunciation, fluency and appropriacy. Right? Appropriacy means ਜੋ ਵੀ situation ਹੋਏਗੀ ਉਸ ਦੇ related ਜੋ ਤੁਹਾਡੀ language ਹੋਏਗੀ that should be formal or informal ਉਹ accordingly ਹੋਣੀ ਚਾਹੀਦੀ ਆ ਸੋ ਉਹਦੇ according appropriacy parameter ਦੇ ਵਿੱਚ marks ਜਿਹੜੇ ਆ ਉਹ ਤੁਹਾਨੂੰ ਮਿਲਣਗੇ ਇਸ question ਦੇ ਵਿੱਚ
ਸੋ ਆਨਸਰ ਸ਼ਾਰਟ ਕੁਐਸਚਨ ਲਾਸਟ ਕੈਟਾਗਰੀ ਆਫ ਦ ਸਪੀਕਿੰਗ। ਸੋ ਇਸ ਦੇ ਵਿੱਚ ਕੀ ਹੋਏਗਾ 5 to 6 ਕੁਐਸਚਨਸ ਵਨ ਬਾਈ ਵਨ ਤੁਹਾਨੂੰ ਆਉਣਗੇ। ਸੋ ਤੁਸੀਂ ਇੱਕ ਕੁਐਸਚਨ ਨੂੰ ਸੁਣਨਾ ਰਾਈਟ ਐਂਡ ਉਸ ਦਾ ਆਨਸਰ ਵਨ ਔਰ ਫਿਊ ਵਰਡਸ ਦੇ ਵਿੱਚ ਦੇਣਾ। ਓਕੇ ਸੋ ਇਸ ਦੇ ਵਿੱਚ ਤੁਹਾਡੇ ਦੋ ਸਕਿੱਲਸ ਚੈੱਕ ਹੋਣਗੇ ਦੈਟ ਇਜ਼ ਲਿਸਨਿੰਗ ਐਂਡ ਸਪੀਕਿੰਗ। ਸੋ ਇਸ ਕੁਐਸਚਨ ਦੇ ਮਾਰਕਸ ਦੋਨੋਂ ਮੋਡਿਊਲਸ ਦੇ ਵਿੱਚ ਕੰਟਰੀਬਿਊਟ ਹੋਣਗੇ। ਸੋ ਦੇਰ ਇਜ਼ ਨੋ ਸ਼ਾਰਟ ਟੋਨ। ਜਦ ਵੀ ਤੁਸੀਂ ਕੁਐਸਚਨ ਸੁਣ ਲਿਆ ਦੈਨ ਜਦੋਂ ਰਿਕਾਰਡਿੰਗ ਪਾਰਟ ਸਟਾਰਟ ਹੋ ਜਾਂਦੀ ਹੈ ਯੂ ਵਿਲ ਗਿਵ ਯੋਰ ਆਨਸਰ। ਸੋ ਆਫਟਰ 5 ਕੈਟਾਗਰੀ ਆਫ ਕੁਐਸਚਨਸ ਆਫ ਸਪੀਕਿੰਗ ਤੁਹਾਡੀ ਰਾਈਟਿੰਗ ਸਟਾਰਟ ਹੁੰਦੀ ਹੈ ਜਿਸ ਦੇ ਵਿੱਚ ਫਸਟ ਕੈਟਾਗਰੀ ਆਫ ਕੁਐਸਚਨ ਰਾਈਟਿੰਗ ਦੇ ਵਿੱਚ ਜੋ ਆਏਗਾ ਦੈਟ ਇਜ਼ ਸਮਰਾਈਜ਼ ਰਿਟਨ ਟੈਕਸਟ। ਇਸ ਕੁਐਸਚਨ ਦੇ ਵਿੱਚ ਇੱਕ ਕੰਟੈਂਟ ਗਿਵਨ ਹੋਏਗਾ ਸਕਰੀਨ ਦੇ ਉੱਪਰ ਜਿਸ ਦੀ ਵਰਡ ਲਿਮਿਟ ਅਰਾਊਂਡ 200 ਵਰਡ ਦੇ ਅਰਾਊਂਡ ਹੋਏਗੀ। ਉਸ ਨੂੰ ਤੁਸੀਂ ਰੀਡ ਆਊਟ ਕਰਨਾ ਐਂਡ 10 ਮਿੰਟਸ ਦਾ ਟਾਈਮ ਮਿਲੇਗਾ ਤੁਹਾਨੂੰ ਆਪਣੀ ਸਮਰੀ ਨੂੰ ਰਾਈਟ ਕਰਨ ਵਾਸਤੇ। ਸੋ 25 to 50 ਵਰਡਸ ਦੇ ਵਿੱਚ ਤੁਸੀਂ ਆਪਣੀ ਸਮਰੀ ਲਿਖਣੀ ਹੈ। ਇਸ ਦੇ ਮਾਰਕਸ ਰੀਡਿੰਗ ਐਂਡ ਰਾਈਟਿੰਗ ਦੋਨੋਂ ਮੋਡਿਊਲਸ ਦੇ ਵਿੱਚ ਕੰਟਰੀਬਿਊਟ ਹੋਣਗੇ। ਸੋ ਸਮਵਟ ਲਾਈਕ ਦਿਸ ਇੱਕ ਕੰਟੈਂਟ ਗਿਵਨ ਆ ਸਕਰੀਨ ਦੇ ਉੱਪਰ ਅਸੀਂ ਇਸ ਕੰਟੈਂਟ ਨੂੰ ਪੜ੍ਹਨਾ ਹੈ ਇਸ ਟੈਕਸਟ ਨੂੰ ਪੜ੍ਹਨਾ ਹੈ ਓਕੇ ਐਂਡ ਇਸ ਦੀ ਸਮਰੀ ਲਿਖਣੀ ਹੈ 25 to 50 ਵਰਡਸ ਦੇ ਵਿੱਚ 10 ਮਿੰਟਸ ਦੇ ਵਿੱਚ ਓਕੇ। ਸੋ ਇਹ ਕੁਐਸਚਨ ਪੀਟੀਈ ਅਕੈਡਮਿਕ ਦੇ ਵਿੱਚ ਉਸ ਕੇਸ ਦੇ ਵਿੱਚ ਵਰਡ ਲਿਮਿਟ ਦੇ ਵਿੱਚ ਕਾਫੀ ਡਿਫਰੈਂਸ ਹੈ। ਉਸ ਕੇਸ ਦੇ ਵਿੱਚ ਅਗਰ ਅਸੀਂ ਸਮਰੀ ਲਿਖਣੀ ਹੈ ਤਾਂ ਸਾਡੀ ਵਰਡ ਲਿਮਿਟ ਰਹਿੰਦੀ ਹੈ 5 to 75 ਵਰਡਸ ਬਟ ਇਸ ਕੇਸ ਦੇ ਵਿੱਚ ਰਹੇਗੀ ਪੀਟੀ ਕੋਡ ਦੇ ਵਿੱਚ 25 to 50 ਵਰਡਸ। ਮੋਰ ਓਵਰ ਅਸੀਂ ਜਦ ਵੀ ਸਮਰੀ ਲਿਖਣੀ ਹੈ ਇਸ ਕੇਸ ਦੇ ਵਿੱਚ ਅਸੀਂ ਜਿੰਨੇ ਮਰਜ਼ੀ ਸੈਂਟੈਂਸਸ ਲਿਖ ਸਕਦੇ ਹਾਂ ਓਕੇ। ਸੋ ਬਸ ਵਰਡ ਲਿਮਿਟ ਨੂੰ ਮਾਈਂਡ ਦੇ ਵਿੱਚ ਰੱਖਣਾ ਵੀ ਕੈਨ ਯੂਜ਼ ਫੁੱਲ ਸਟਾਪ ਇਨ ਬਿਟਵੀਨ। ਪੀਟੀ ਅਕੈਡਮਿਕ ਦੇ ਵਿੱਚ ਅਸੀਂ ਸਿੰਗਲ ਸੈਂਟੈਂਸ ਸਮਰੀ ਲਿਖਣੀ ਹੁੰਦੀ ਹੈ ਸੋ ਉਹ ਕੰਡੀਸ਼ਨ ਹੁੰਦੀ ਹੈ ਪੀਟੀ ਅਕੈਡਮਿਕ ਦੇ ਵਿੱਚ ਨਾਟ ਇਨ ਪੀਟੀ ਕੋਰ। ਸੋ ਨੈਕਸਟ ਸਮਰਾਈਜ਼ ਰਿਟਨ ਟੈਕਸਟ ਤੁਹਾਨੂੰ ਜਿਹੜੇ ਟੋਟਲ ਟਾਸਕ ਆਉਣਗੇ ਦੈਟ ਆਰ 1 ਔਰ 2। ਇਸ ਦੇ ਵਿੱਚ ਰੀਡਿੰਗ ਐਜ਼ ਵੈਲ ਐਜ਼ ਤੁਹਾਡੀ ਰਾਈਟਿੰਗ ਜੋ ਹੈ ਉਹ ਚੈੱਕ ਹੁੰਦੀ ਹੈ ਦੋ ਲਾਈਕ ਸਕਿੱਲਸ ਸੌਰੀ ਤੁਹਾਡੇ ਚੈੱਕ ਹੋਣਗੇ। ਸੋ ਮਾਰਕਸ ਕਿਸ ਚੀਜ਼ ਦੇ ਹੁੰਦੇ ਆ ਇਸ ਕੁਐਸਚਨ ਦੇ ਵਿੱਚ ਦੈਟ ਇਜ਼ ਕੰਟੈਂਟ ਫਾਰਮ ਗ੍ਰਾਮਰ ਐਂਡ ਵੋਕੈਬਲਰੀ। ਸੋ ਟੋਟਲ 8 ਮਾਰਕਸ ਦਾ ਇਹ ਕੁਐਸਚਨ ਰਹੇਗਾ। ਸੋ ਨੈਕਸਟ ਕੈਟਾਗਰੀ ਆਫ ਕੁਐਸਚਨ ਇਜ਼ ਰਾਈਟ ਈਮੇਲ। ਇਸ ਕੇਸ ਦੇ ਵਿੱਚ ਤੁਸੀਂ ਇੱਕ ਈਮੇਲ ਲਿਖਣੀ ਆ ਰਾਈਟ ਓਨਲੀ ਰਾਈਟਿੰਗ ਦੇ ਵਿੱਚ ਇਸ ਦੇ ਮਾਰਕਸ ਜੋ ਹੈ ਉਹ ਰਹਿਣਗੇ। ਸੋ ਟੋਟਲ ਟਾਈਮ ਜੋ ਤੁਹਾਨੂੰ ਈਮੇਲ ਲਿਖਣ ਲਈ ਮਿਲੇਗਾ ਦੈਟ ਆਰ 9 ਮਿੰਟਸ। ਸੋ ਵਰਡ ਲਿਮਿਟ ਆਪਣੀ ਈਮੇਲ ਦੀ ਹੁੰਦੀ ਹੈ 50 to 120 words means minimum 50 words not more than 120 words। ਸੋ ਆਈਡਲ ਅਗਰ ਅਸੀਂ ਲੈਂਥ ਦੀ ਗੱਲ ਕਰੀਏ ਤਾਂ 100 to 120 words ਤੁਸੀਂ ਲਿਖ ਸਕਦੇ ਹੋ। ਸੋ 2 ਔਰ 3 ਟੋਟਲ ਤੁਹਾਨੂੰ ਇਹ ਨੰਬਰ ਆਫ ਟਾਸਕ ਆਣਗੇ ਰਾਈਟ ਈਮੇਲ ਦੇ ਵਿੱਚ। ਇਸ ਦੇ ਵਿੱਚ ਸਕਿੱਲਸ ਚੈੱਕ ਹੋਣਗੇ ਦੈਟ ਆਰ ਰਿਲੇਟਡ ਟੂ ਓਨਲੀ ਰਾਈਟਿੰਗ। ਸੋ ਪੈਰਾਮੀਟਰਸ ਇਹਦੇ ਵਿੱਚ ਕਿਹੜੇ ਚੈੱਕ ਹੁੰਦੇ ਨੇ ਇੱਕ ਈਮੇਲ ਜੋ ਹੈ 15 ਮਾਰਕਸ ਦੀ ਹੈ। ਸੋ ਪੈਰਾਮੀਟਰਸ ਹੋਣਗੇ ਕੰਟੈਂਟ ਈਮੇਲ ਕਨਵੈਨਸ਼ਨਸ। ਈਮੇਲ ਕਨਵੈਨਸ਼ਨਸ ਦੀ ਅਗਰ ਅਸੀਂ ਗੱਲ ਕਰੀਏ ਤੇ ਉਹ ਇਨਕਲੂਡ ਹੁੰਦੇ ਨੇ ਟੂ ਫੀਲਡ ਤੁਸੀਂ ਕਿਸ ਨੂੰ ਲਿਖਣੀ ਹੈ ਈਮੇਲ ਐਡਰੈਸ ਕਿਹਨੂੰ ਕਰ ਰਹੇ ਹੋ ਕਿ ਗ੍ਰੀਟਿੰਗਸ ਸਾਈਨ ਆਫ ਐਕਸੈਕਟਰਾ ਇਹ ਚੀਜ਼ਾਂ ਇਹਦੇ ਵਿੱਚ ਚੈੱਕ ਹੋਣਗੀਆਂ। Next form अपनी 50 to 120 word limit that is checked in a form। Organization the 2 points ne 2 marks are for vocabulary 2 grammar and 2 spellings। all spellings must be correct because अगर 2 थोड़े spellings wrong ਹੁੰਦੇ ਨੇ then you will get 0 in your spellings। So second part of the test is part 2 that is reading। it will be around 27 to 38 minutes। 5 ਕੈਟਾਗਰੀ ਦੇ ਕੁਐਸਚਨਸ ਆਣਗੇ ਇਸ ਕੈਟਾਗਰੀ ਦੇ ਵਿੱਚ। ਸੋ ਫਸਟ ਜੋ ਕੈਟਾਗਰੀ ਆਏਗੀ ਦੈਟ ਇਜ਼ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦੀ ਬਲੈਂਕਸ ਜਿਸ ਦੇ ਵਿੱਚ ਟੋਟਲ ਨੰਬਰ ਆਫ ਕੁਐਸਚਨਸ ਆਉਣਗੇ ਤੁਹਾਨੂੰ 5 ਜਾਂ 6। ਸੈਕੰਡ ਕੁਐਸਚਨ ਆਏਗਾ ਮਲਟੀਪਲ ਚੋਇਸ ਮਲਟੀਪਲ ਆਂਸਰਸ 1 or 2 questions। ਰੀਆਰਡਰ ਪੈਰਾਗ੍ਰਾਫ 2 to 3 ਫਿਲਿੰਗ ਦੀ ਬਲੈਂਕਸ 4 or 5 ਮਲਟੀਪਲ ਚੋਇਸ ਸਿੰਗਲ ਆਂਸਰ 1 or 2। ਸੋ ਇਸ ਚਾਰਟ ਨੂੰ ਅਸੀਂ ਰੈਫਰ ਕਰਕੇ ਥੋੜਾ ਹੋਰ ਡਿਟੇਲ ਦੇ ਵਿੱਚ ਆਈਡੀਆ ਲੈ ਸਕਦੇ ਹਾਂ ਰੀਡਿੰਗ ਦੇ ਵਿੱਚ ਕਿਸ ਟਾਈਪ ਦੇ ਕੁਐਸਚਨਸ ਆਉਣਗੇ ਐਂਡ ਪਰ ਕੈਟਾਗਰੀ ਦੇ ਵਿੱਚ ਕਿਹੜੇ ਕਿਹੜੇ ਕਿੰਨੇ ਨੰਬਰ ਆਫ ਕੁਐਸਚਨਸ ਹੋਣਗੇ ਸਕੋਰਿੰਗ ਉਸ ਦੀ ਕਿਵੇਂ ਰਹੇਗੀ। ਫਸਟ ਕੈਟਾਗਰੀ ਦੀ ਗੱਲ ਕਰੀਏ ਦੈਟ ਇਜ਼ ਰੀਡਿੰਗ ਐਂਡ ਰਾਈਟਿੰਗ ਬਲੈਂਕਸ। ਸੋ ਇਸ ਕੇਸ ਦੇ ਵਿੱਚ ਇੱਕ ਕੰਟੈਂਟ ਗਿਵਨ ਹੋਏਗਾ ਸਕਰੀਨ ਦੇ ਉੱਪਰ ਲਾਈਕ ਮੇ ਬੀ ਐਨ ਈਮੇਲ ਔਰ ਐਵਰੀਡੇ ਰਿਲੇਟਡ ਕੋਈ ਵੀ ਕੰਟੈਂਟ ਹੋ ਸਕਦਾ ਉਸ ਦੇ ਵਿੱਚ ਬਲੈਂਕਸ ਹੋਣਗੀਆਂ। ਦੈਨ ਜੋ ਵੀ ਬਲੈਂਕਸ ਹੋਣਗੀਆਂ ਉਹਨਾਂ ਦਾ ਵਰਡ ਜੋ ਹੈ ਤੁਸੀਂ ਇੱਕ
ਚੋਇਸਿਸ ਅਪੀਅਰ ਹੋਣਗੀਆਂ, ਉਹਨਾਂ ਚੋਇਸਿਸ ਦੇ ਵਿੱਚੋਂ ਤੁਸੀਂ ਰਾਈਟ ਵਰਡ ਜੋ ਹੈ ਚੂਜ਼ ਕਰਨਾ। ਸੋ ਈਚ ਕੈਰੀ 1 ਪੁਆਇੰਟ, ਇਸ ਦੇ ਵਿੱਚ ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ। ਸਪੋਜ਼ ਅਗਰ ਕੋਈ ਤੁਹਾਡਾ ਆਨਸਰ ਇਨਕਰੈਕਟ ਹੋ ਜਾਂਦਾ ਹੈ, ਕੋਈ ਵੀ ਉਸਦੀ ਨੈਗੇਟਿਵ ਮਾਰਕਿੰਗ ਨਹੀਂ ਹੈ। ਨੈਕਸਟ ਇਜ਼ ਮਲਟੀਪਲ ਚੋਇਸ ਮਲਟੀਪਲ ਆਨਸਰਸ। ਇਸ ਕੇਸ ਦੇ ਵਿੱਚ ਕੀ ਹੋਏਗਾ, ਇੱਕ ਕੰਟੈਂਟ ਗਿਵਨ ਹੋਏਗਾ ਸਕਰੀਨ ਦੇ ਉੱਪਰ, ਮੇ ਬੀ ਕੋਈ ਈਮੇਲ ਔਰ ਐਨੀਥਿੰਗ, ਕੋਈ ਵੀ ਕੰਟੈਂਟ ਹੋ ਸਕਦਾ ਹੈ। ਉਸ ਦੇ ਰਿਲੇਟਡ ਇੱਕ ਕੁਐਸਚਨ ਤੁਹਾਨੂੰ ਪੁੱਟ ਕੀਤਾ ਗਿਆ ਹੈ ਐਂਡ ਉਸ ਦੇ ਬਾਰੇ ਤੁਸੀਂ ਮੋਰ ਦੈਨ ਵਨ ਆਨਸਰ ਟਿਕ ਕਰਨੇ ਆ। ਮੀਨਸ ਮਲਟੀਪਲ ਚੋਇਸ ਮਲਟੀਪਲ ਆਨਸਰਸ, ਇੱਕ ਤੋਂ ਜ਼ਿਆਦਾ ਆਨਸਰਸ ਟਿਕ ਕਰਨੇ ਆ, ਰਾਈਟ। ਬਟ ਇਸ ਕੁਐਸਚਨ ਦੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੈ। ਅਗਰ ਸਪੋਜ਼ ਤੁਹਾਡਾ ਆਨਸਰ ਰੋਂਗ ਹੋ ਜਾਂਦਾ, ਉਸ ਕੇਸ ਦੇ ਵਿੱਚ ਤੁਹਾਡਾ -1 ਹੋਏਗਾ। ਥਰਡ ਇਜ਼ ਰੀਆਰਡਰ ਪੈਰਾਗ੍ਰਾਫਸ। ਰੀਆਰਡਰ ਪੈਰਾਗ੍ਰਾਫਸ ਮੀਨਸ ਲੈਫਟ ਹੈਂਡ ਸਾਈਡ ਦੇ ਉੱਪਰ ਕੁਝ ਸੈਂਟੈਂਸਸ ਗਿਵਨ ਹੋਣਗੇ ਜੋ ਇੱਕ ਪੈਰਾਗ੍ਰਾਫ ਦੇ ਸੈਂਟੈਂਸਸ ਹੈ। ਮੇ ਬੀ ਉਹ ਕਿਸੇ ਬਲੌਗ ਵਗੈਰਾ ਦਾ ਕੰਟੈਂਟ ਹੋ ਸਕਦਾ ਜਾਂ ਕੋਈ ਵੀ ਐਵਰੀਡੇ ਰਿਲੇਟਡ ਕੰਟੈਂਟ ਹੋ ਸਕਦਾ। ਸੋ ਜਿਹੜੇ ਸੈਂਟੈਂਸਸ ਆ ਅਸੀਂ ਉਹਨਾਂ ਨੂੰ ਕਰੈਕਟ ਆਰਡਰ ਦੇ ਵਿੱਚ ਲਗਾਉਣਾ, ਸੀਕੁਐਂਸ ਵਾਈਜ਼ ਲਗਾਉਣਾ। ਅਸੀਂ ਦੱਸਣਾ ਇਸ ਦੇ ਵਿੱਚੋਂ ਫਸਟ ਸੈਂਟੈਂਸ ਓਪਨਿੰਗ ਇੰਡੀਪੈਂਡੈਂਟ ਸੈਂਟੈਂਸ ਕਿਹੜਾ ਹੈ, ਨੈਕਸਟ ਫੋਲੋਇੰਗ ਕਿਹੜਾ, ਨੈਕਸਟ ਕਿਹੜਾ ਐਂਡ ਲਾਸਟ ਵਾਲਾ ਕਿਹੜਾ ਹੈ। ਕਰੈਕਟ ਆਰਡਰ ਦੇ ਵਿੱਚ ਅਸੀਂ ਸੈਂਟੈਂਸਸ ਨੂੰ ਐਡਜਸਟ ਕਰਨਾ ਹੈ। ਫਿਲਿੰਗ ਦੀ ਬਲੈਂਕਸ ਕੁਐਸਚਨ ਦੈਟ ਇਜ਼ ਇਹ ਥੋੜਾ ਡਿਫਰੈਂਟ ਹੈ ਰੀਡਿੰਗ ਐਂਡ ਰਾਈਟਿੰਗ ਬਲੈਂਕਸ ਨਾਲੋਂ। ਇਸ ਕੇਸ ਦੇ ਵਿੱਚ ਇੱਕ ਕੰਟੈਂਟ ਗਿਵਨ ਹੈ ਜਿਸ ਦੇ ਵਿੱਚ ਬਲੈਂਕਸ ਨੇ, ਅਸੀਂ ਇਹਨਾਂ ਦੇ ਵਿੱਚੋਂ ਆਨਸਰਸ ਕਿਵੇਂ ਫਿਟ ਕਰਨੇ ਆ। ਆਪਸ਼ਨ ਸਾਨੂੰ ਨੀਚੇ ਗਿਵਨ ਹੋਣਗੀਆਂ। ਰਾਈਟ ਵਰਡ ਜਿਹੜਾ ਸਾਨੂੰ ਲੱਗ ਰਿਹਾ ਉਹਨੂੰ ਡਰੈਗ ਕਰਨਾ ਐਂਡ ਡ੍ਰੌਪ ਕਰਕੇ ਅਸੀਂ ਉਹਨੂੰ ਫਿਟ ਕਰਨਾ ਟੂ ਰਾਈਟ ਪੋਜੀਸ਼ਨ। ਸੋ ਜਿੰਨੀਆਂ ਬਲੈਂਕਸ ਓਨੇ ਮਾਰਕਸ ਦਾ ਕੁਐਸਚਨ ਹੈ, ਨੋ ਨੈਗੇਟਿਵ ਮਾਰਕਿੰਗ। Multiple choice single answer is the last type of question category in the reading module. ਇਸ ਕੇਸ ਦੇ ਵਿੱਚ ਤੁਸੀਂ ਕੰਟੈਂਟ ਨੂੰ ਰੀਡ ਕਰਕੇ ਇਸ ਕੁਐਸਚਨ ਦਾ ਇੱਕ ਸਿੰਗਲ ਆਨਸਰ ਟਿਕ ਕਰਨਾ। ਸੋ ਇੱਕ ਪੁਆਇੰਟ ਦਾ ਇੱਕ ਕੁਐਸਚਨ ਹੈ। ਲਾਸਟ ਐਂਡ ਥਰਡ ਪਾਰਟ ਇਜ਼ ਲਿਸਨਿੰਗ ਇਨ PTE ਕੋਰ, ਜਿਸ ਦੇ ਵਿੱਚ ਤੁਹਾਨੂੰ 7 ਕੈਟੇਗਰੀ ਦੇ ਕੁਐਸਚਨਸ ਆਉਣਗੇ। ਫਸਟ ਕੈਟੇਗਰੀ ਇਜ਼ ਸਮਰਾਈਜ਼ ਸਪੋਕਨ ਟੈਕਸਟ, ਜਿਸ ਦੇ ਵਿੱਚ ਤੁਸੀਂ 1 or 2 ਕੁਐਸਚਨਸ ਜਿਹੜੇ ਇਸ ਕੈਟੇਗਰੀ ਦੇ ਵਿੱਚ ਤੁਹਾਨੂੰ ਆ ਸਕਦੇ ਆ। Next is multiple choice, multiple answers, 1 or 2. Filling the blanks, 2 or 3. Multiple choice, single answer, 1 or 2. Select missing word, 1 or 2. Highlight incorrect words, 2 or 3. And last one, write from dictation, 3 or 4. Total time जो listening module ਦਾ रहेगा, that is around 30 to 37 minutes. First question, that is summarize spoken text. Right? ਇਸ question ਦੇ ਵਿੱਚ ਕੀ ਹੋਏਗਾ, ਇੱਕ recording ਤੁਸੀਂ ਸੁਣੋਗੇ। ਰਿਕਾਰਡਿੰਗ ਨੂੰ ਸੁਣਨ ਤੋਂ ਬਾਅਦ ਤੁਸੀਂ ਉਸ ਦੀ ਸਮਰੀ ਲਿਖਣੀ ਆ। ਸੋ ਇਸ ਕੁਐਸਚਨ ਦੇ ਮਾਰਕਸ ਦੋ ਸਕਿੱਲਸ ਤੁਹਾਡੇ ਇਹਦੇ ਵਿੱਚ ਚੈੱਕ ਹੋ ਰਹੇ ਆ, ਦੈਟ ਇਜ਼ ਲਿਸਨਿੰਗ ਐਂਡ ਰਾਈਟਿੰਗ। ਸੋ ਦੋਨੋਂ ਮੋਡਿਊਲਸ ਦੇ ਵਿੱਚ ਇਸ ਦੀ ਕੰਟਰੀਬਿਊਸ਼ਨ ਹੈ। ਸਮਰੀ ਲਿਖਣ ਲਈ ਤੁਹਾਨੂੰ 8 ਮਿੰਟਸ ਦਿੱਤੇ ਜਾਣਗੇ। 8 ਮਿੰਟਸ ਦੇ ਵਿੱਚ ਹੀ ਤੁਸੀਂ ਸੁਣਨਾ ਹੈ, ਕੰਟੈਂਟ ਨੋਟ ਕਰਨਾ ਐਂਡ ਦੈਨ ਤੁਸੀਂ ਸਮਰੀ ਲਿਖਣੀ ਹੈ। ਸੋ ਵਰਡ ਲਿਮਿਟ ਸਮਰੀ ਦੀ ਕਿੰਨੀ ਰਹੇਗੀ, ਦੈਟ ਇਜ਼ 20 to 30 ਵਰਡਸ। ਸੋ ਇਹ ਕੁਐਸਚਨ PT ਅਕੈਡਮਿਕ ਦੇ ਵਿੱਚ ਆਉਂਦਾ, ਉਸ ਦੇ ਵਿੱਚ ਤੁਹਾਨੂੰ 10 ਮਿੰਟਸ ਦਾ ਟਾਈਮ ਮਿਲਦਾ, ਰਾਈਟ। ਐਂਡ ਉਸ ਕੇਸ ਦੇ ਵਿੱਚ ਜੋ ਵਰਡ ਲਿਮਿਟ ਆਪਣੀ ਸਮਰੀ ਦੀ ਰਹਿੰਦੀ ਹੈ, ਦੈਟ ਇਜ਼ 50 to 70 ਵਰਡਸ। ਬਟ ਇਨ PTE ਕੋਰ, ਸੋ 8 ਮਿੰਟਸ ਦੇ ਵਿੱਚ ਅਸੀਂ ਅਟੈਂਪਟ ਕਰਨਾ ਐਂਡ 20 to 30 ਵਰਡਸ ਦੀ ਸਮਰੀ ਲਿਖਣੀ ਹੈ। ਸੋ ਲਾਈਕ ਦਿਸ ਯੂ ਕੈਨ ਹੈਵ ਅ ਲੁੱਕ। ਰੀਅਲ ਐਗਜ਼ਾਮ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਇੰਟਰਫੇਸ ਹੋਏਗਾ ਸਮਰਾਈਜ਼ ਸਪੋਕਨ ਟੈਕਸਟ ਕੁਐਸਚਨ ਦਾ। ਸੋ ਇਸ ਦੀ ਮਾਰਕਿੰਗ ਦੀ ਗੱਲ ਕਰੀਏ, ਫਸਟ ਆਫ ਆਲ ਨੰਬਰ ਆਫ ਕੁਐਸਚਨ ਜਿਹੜੇ ਇਸ ਟਾਸਕ ਦੇ ਵਿੱਚ ਆਉਣਗੇ, ਦੈਟ ਵੁੱਡ ਬੀ 1 or 2। ਸੋ ਸਕਿੱਲਸ ਜਿਹੜੇ ਚੈੱਕ ਹੋ ਰਹੇ ਨੇ ਆਪਣੇ ਲਿਸਨਿੰਗ ਐਂਡ ਰਾਈਟਿੰਗ। ਸੋ ਜਿਹੜੇ ਪੈਰਾਮੀਟਰਸ ਆਪਣੇ ਹੋਣਗੇ, ਦੈਟ ਇਜ਼ ਕੰਟੈਂਟ, ਫਾਰਮ, ਗ੍ਰਾਮਰ, ਵੋਕੈਬਲਰੀ ਐਂਡ ਸਪੈਲਿੰਗਸ। 10 ਨੰਬਰ ਦਾ ਇੱਕ ਕੁਐਸਚਨ। ਨੈਕਸਟ ਕੁਐਸਚਨ ਇਜ਼ ਮਲਟੀਪਲ ਚੋਇਸ ਮਲਟੀਪਲ ਆਨਸਰਸ। ਸੋ ਇਸ ਕੇਸ ਦੇ ਵਿੱਚ ਤੁਸੀਂ ਇੱਕ ਵੀਡੀਓ ਦੇਖੋਗੇ ਸਕਰੀਨ ਦੇ ਉੱਪਰ, ਤੁਸੀਂ ਉਸ ਵੀਡੀਓ ਨੂੰ ਲਾਈਕ ਉਸ ਦੀ ਰਿਕਾਰਡਿੰਗ ਸੁਣਨੀ ਹੈ ਐਂਡ ਉਸ ਦੇ ਅਕੋਰਡਿੰਗ ਇਸ ਕੁਐਸਚਨ ਦਾ ਆਨਸਰ ਜੋ ਹੈ ਉਹ ਤੁਸੀਂ ਟਿਕ ਕਰਨਾ ਹੈ। ਸੋ ਮਲਟੀਪਲ ਆਨਸਰਸ ਮੀਨਸ ਮੋਰ ਦੈਨ 1 ਆਨਸਰਸ ਆਰ ਕਰੈਕਟ, ਬਟ ਇਸ ਕੇਸ ਦੇ ਵਿੱਚ ਵੀ ਨੈਗੇਟਿਵ ਮਾਰਕਿੰਗ ਰਹੇਗੀ। ਜੋ ਗਲਤ ਤੁਹਾਡਾ ਆਨਸਰ ਹੋਏਗਾ ਉਸ ਦੀ ਲਾਈਕ ਪੈਨਲਟੀ ਇਜ਼ -1। ਸੋ ਟੋਟਲ ਨੰਬਰ ਆਫ ਕੁਐਸਚਨ ਜੋ ਐਗਜ਼ਾਮ ਦੇ ਵਿੱਚ ਆਣਗੇ, ਦੇ ਵੁੱਡ ਬੀ 1 or 2। ਨੈਕਸਟ ਥਰਡ, ਫਿਲਿੰਗ ਦੀ ਬਲੈਂਕਸ, ਕਾਫੀ ਹਾਈ ਸਕੋਰਿੰਗ ਕੁਐਸਚਨ ਹੈ। ਸੋ ਇਸ ਕੇਸ ਦੇ ਵਿੱਚ ਕੀ ਹੋਏਗਾ, ਇੱਕ ਕੰਟੈਂਟ ਗਿਵਨ ਹੋਏਗਾ ਸਕਰੀਨ ਦੇ ਉੱਪਰ, ਲਾਈਕ ਸੋ ਤੁਸੀਂ ਰਿਕਾਰਡਿੰਗ ਸੁਣਨੀ ਹੈ। ਰਿਕਾਰਡਿੰਗ ਦੀ ਕਾਈਂਡ ਆਫ ਇੱਕ ਟ੍ਰਾਂਸਕ੍ਰਿਪਟ ਹੈ ਜੋ ਗਿਵਨ ਹੋਏਗੀ।
ਓਕੇ, ਸੋ ਤੁਸੀਂ ਕੀ ਕਰਨਾ ਹੈ, ਰਿਕਾਰਡਿੰਗ ਨੂੰ ਸੁਣ ਕੇ ਟਰਾਂਸਕ੍ਰਿਪਟ ਦੇ ਨਾਲ ਉਸਨੂੰ ਲਾਈਕ ਦੇਖਣਾ ਹੈ ਕਿ ਕਿਹੜਾ ਵਰਡ ਜੋ ਹੈ ਉਹ ਮਿਸਿੰਗ ਹੈ। ਓਕੇ, ਸੋ ਜਿਹੜਾ ਵਰਡ ਮਿਸਿੰਗ ਹੈ ਉਹ ਤੁਸੀਂ ਬਲੈਂਕਸ ਦੇ ਵਿੱਚ ਇਸ ਰਿਕਾਰਡਿੰਗ ਨੂੰ ਸੁਣ ਕੇ ਉਸਦੇ ਅਕੋਰਡਿੰਗ ਉਹ ਵਰਡ ਜੋ ਹੈ ਇੱਥੇ ਯੂ ਹੈਵ ਟੂ ਰਾਈਟ, ਸਪੈਲਿੰਗਸ ਕਰੈਕਟ ਹੋਣੇ ਚਾਹੀਦੇ ਆ। ਸੋ ਵਾਈਲ ਲਿਸਨਿੰਗ ਤੁਸੀਂ ਸਾਰੇ ਵਰਡਸ ਪਹਿਲੇ ਨੋਟ ਕਰ ਸਕਦੇ ਹੋ। ਆਫਟਰ ਰਿਕਾਰਡਿੰਗ ਗੈਟਸ ਕੰਪਲੀਟਡ ਤੁਸੀਂ ਸਾਰੇ ਵਰਡਸ ਇੱਥੇ ਦੇ ਉਹ ਲਿਖਣੇ ਆ, ਟਾਈਪ ਕਰਨੇ ਆ। ਓਕੇ, ਮਲਟੀਪਲ ਚੋਇਸ ਸਿੰਗਲ ਆਨਸਰ, ਸੋ ਇਸ ਕੇਸ ਦੇ ਵਿੱਚ ਸੋ ਤੁਸੀਂ ਇੱਕ ਵੀਡੀਓ ਦੇਖ ਕੇ ਰਿਕਾਰਡਿੰਗ ਦੇ ਅਕੋਰਡਿੰਗ ਤੁਸੀਂ ਇਸ ਕੁਐਸਚਨ ਦਾ ਇੱਕ ਸਿੰਗਲ ਆਨਸਰ ਜੋ ਹੈ ਉਹ ਟਿਕ ਕਰਨਾ ਹੈ। ਸੋ ਇੱਕ ਪੁਆਇੰਟ ਦਾ ਇਹ ਇੱਕ ਮਾਰਕਸ ਦਾ ਇਹ ਕੁਐਸਚਨ ਹੈ, 1 or 2 ਟੋਟਲ ਕੁਐਸਚਨ ਇਹ ਆਣਗੇ ਇਸ ਕੈਟੇਗਰੀ ਦੇ ਵਿੱਚ। ਫਿਫਥ ਇਜ਼ ਸਿਲੈਕਟ ਮਿਸਿੰਗ ਵਰਡ। ਸੋ ਇਸ ਕੇਸ ਦੇ ਵਿੱਚ ਜੋ ਵੀ ਆਡੀਓ ਔਰ ਵੀਡੀਓ ਪਲੇ ਹੋਏਗੀ, ਰਾਈਟ, ਜੋ ਵੀਡੀਓ ਦੀ ਐਂਡਿੰਗ ਹੋਏਗੀ, ਜੋ ਵੀ ਉਹਨਾਂ ਨੇ ਬੋਲਣਾ ਹੈ, ਜੋ ਆਡੀਓ ਹੋਏਗੀ, ਸੋ ਉਹ ਮਿਸਿੰਗ ਹੋਏਗੀ। ਸੋ ਸਕਰੀਨ ਦੇ ਉੱਪਰ ਦਿੱਤੀਆਂ ਆਪਸ਼ਨਸ ਦੇ ਵਿੱਚੋਂ ਤੁਸੀਂ ਟਿਕ ਕਰਨਾ ਹੈ ਕਿ ਉਹ ਕੰਟੈਂਟ, ਉਹ ਫਰੇਜ਼, ਉਹ ਵਰਡ ਕੀ ਸੀ ਜੋ ਲਾਸਟ ਦੇ ਵਿੱਚ ਮਿਸਿੰਗ ਆ। ਸੋ 1 or 2 ਟੋਟਲ ਕੁਐਸਚਨਸ ਆਣਗੇ ਇਸ ਕੈਟੇਗਰੀ ਦੇ ਵਿੱਚ ਐਂਡ ਇਟ ਆਲਸੋ ਕੈਰੀਜ਼ 1 ਪੁਆਇੰਟ ਈਚ। ਨੈਕਸਟ ਇਜ਼ ਹਾਈਲਾਈਟ ਇਨਕਰੈਕਟ ਵਰਡ। ਸੋ ਹਾਈਲਾਈਟ ਇਨਕਰੈਕਟ ਵਰਡ ਦੇ ਵਿੱਚ ਕੀ ਹੋਏਗਾ, ਇੱਕ ਟਰਾਂਸਕ੍ਰਿਪਸ਼ਨ ਦਿੱਤੀ ਹੋਈ ਹੈ, ਜੋ ਵੀ ਆਡੀਓ ਚੱਲੇਗੀ ਉਹਦੀ ਟਰਾਂਸਕ੍ਰਿਪਸ਼ਨ ਗਿਵਨ ਹੈ। ਦੈਨ ਤੁਸੀਂ ਰਿਕਾਰਡਿੰਗ ਨੂੰ ਸੁਣਨਾ ਹੈ ਐਂਡ ਦੇਖਣਾ ਹੈ ਕਿਹੜੇ ਵਰਡ ਰਿਕਾਰਡਿੰਗ ਐਂਡ ਟਰਾਂਸਕ੍ਰਿਪਸ਼ਨ ਦੇ ਨਾਲ ਮੈਚ ਨਹੀਂ ਕਰ ਰਹੇ, ਜਿਹੜੇ ਵਰਡਸ ਡਿਫਰੈਂਟ ਨੇ ਉਹਨਾਂ ਨੂੰ ਅਸੀਂ ਹਾਈਲਾਈਟ ਕਰਨਾ ਹੈ। ਸੋ ਇਸ ਕੈਟੇਗਰੀ ਦੇ ਵਿੱਚ ਅਗਰ ਕੋਈ ਵੀ ਵਰਡ ਤੁਸੀਂ ਕਰੈਕਟ ਸੀ ਉਹਨਾਂ ਨੇ ਬੋਲਿਆ, ਤੁਸੀਂ ਰੋਂਗ ਕਰ ਦਿੰਦੇ ਹੋ, ਦੈਨ -1 ਇਸ ਦੇ ਵਿੱਚ ਵੀ ਨੈਗੇਟਿਵ ਮਾਰਕਿੰਗ ਹੈ। ਸੋ ਟੋਟਲ ਕੁਐਸਚਨਸ ਆਣਗੇ 1 or 2 ਆਫ ਦਿਸ ਕੈਟੇਗਰੀ। Last question of PTE core and part 3 listening is write from dictation. So total number of questions ਆਣਗੇ 3 or 4। ਇਸ ਕੇਸ ਦੇ ਵਿੱਚ ਤੁਸੀਂ ਕੀ ਕਰਨਾ ਹੈ, ਇੱਕ ਸੈਂਟੈਂਸ ਸੁਣਨਾ ਹੈ, ਸੈਂਟੈਂਸ ਨੂੰ ਸੁਣ ਕੇ then you have to type that sentence in this box। ਸੋ ਇੱਕ ਵਰਡ ਦਾ ਇੱਕ ਨੰਬਰ ਹੈ, ਰਾਈਟ, ਇੱਕ ਪੁਆਇੰਟ ਹੈ। ਸੋ ਜਿੰਨੇ ਵਰਡਸ ਤੁਸੀਂ ਕਰੈਕਟ ਉਸ ਸੈਂਟੈਂਸ ਤੇ ਲਿਖ ਦੋਗੇ ਓਨੇ ਮਾਰਕਸ ਤੁਹਾਡੇ ਆ ਜਾਣਗੇ, ਪ੍ਰੋਵਾਈਡਡ ਉਸਦੇ ਸਪੈਲਿੰਗਸ ਬਿਲਕੁਲ ਕਰੈਕਟ ਹੋਣੇ ਚਾਹੀਦੇ ਆ। So this is very much scoring। ਇਸ ਦੀ contribution listening as well as writing ਦੋਨੋਂ modules ਦੇ ਵਿੱਚ ਹੈ। So if we talk about PTE core, this CLB chart, then you can like have a look। ਤੁਸੀਂ ਦੇਖ ਸਕਦੇ ਹੋ ਜੋ ਤੁਹਾਡੀ ਰਿਕੁਆਇਰਮੈਂਟ ਹੈ ਉਸ ਦੇ ਅਕੋਰਡਿੰਗ ਤੁਹਾਨੂੰ ਪਰ ਮੋਡਿਊਲ ਦੇ ਵਿੱਚ ਕੀ ਸਕੋਰ ਜਿਹੜਾ ਉਹ ਲੈਣਾ ਪਏਗਾ। ਸੋ 7 ਜੇ ਤੁਹਾਡਾ CLB ਲੈਵਲ 7 ਤੁਸੀਂ ਲਾਈਕ ਅਚੀਵ ਕਰਨਾ ਹੈ, ਸੋ ਉਸ ਦੇ ਅਕੋਰਡਿੰਗ ਕੀ ਰਿਕੁਆਇਰਮੈਂਟ ਹੋਏਗੀ, 8 ਦੇ ਅਕੋਰਡਿੰਗ ਕੀ ਹੈ, 9 and 10। ਸੋ ਯੂ ਕੈਨ ਰੈਫਰ ਟੂ ਦਿਸ ਚਾਰਟ। ਸੋ ਦਿਸ ਇਜ਼ ਦ ਐਂਡ ਆਫ ਦ ਵੀਡੀਓ। ਹੋਪ ਇੱਕ ਬੇਸਿਕ ਅੰਡਰਸਟੈਂਡਿੰਗ ਤੁਹਾਨੂੰ ਮਿਲੀ ਹੋਏਗੀ ਅਬਾਊਟ PTE ਕੋਡ ਟੈਸਟ। ਸੋ ਥੈਂਕ ਯੂ ਸੋ ਮਚ, ਥੈਂਕ ਯੂ ਫॉर ਵਾਚਿੰਗ।